ਤੁਹਾਡਾ ਕੰਮ ਛੱਟਾ ਛੱਟਾ ਜੀ। हाँ जी, गुरु प्यारी साध संगत बहुत बहुत धन्यवाद है चैनल वाले वीरां दा जो देसां विदेसां च साडी आवाज़ पहुँचाउंदे आ ते सारे सारे ਸਰੋਤੇ ਵੀਰਾਂ ਨੂੰ भी बेनती आ भी ਅਸੀਂ ਇੱਕ ਤਾਂ ਦੇਖੋ हर वारी कहने भी ਅਸੀਂ ਕਿਸੇ जाति ਦੇ ਨਾਲ ਵਿਤਕਰਾ ना करना ना ਸਾਨੂੰ ਲੋੜ ਆ ਸਭ ਨੂੰ ਤਾਂ ਸਭ ਇੱਕੋ ਜਿਹੇ ਨੇ। ਕਈ ਫੋਨ ਆ ਜਾਂਦੇ ਨੇ ਵੀ ਯਾਰ ਤੁਸੀਂ ਹਿੰਦੂ ਮਤ ਦੀ ਨਾ ਪਾਓ, ਤੁਸੀਂ ਫਲਾਣੇ। ਦੇਖੋ ਵੀਰੋ ਅਸੀਂ ਤਾਂ ਪਰ ਪਾਉਣੇ ਆ ਅਸੀਂ ਜਿਹੜੀ ਗ੍ਰੰਥ 'ਚ ਹੈ, ਮਨੋਂ ਸੁਣੀ ਸੁਣਾਈ ਗੱਲ ਅਸੀਂ ਨਹੀਂ ਪਾਉਂਦੇ ਇਹਦੇ ਵਿੱਚ। ਠੀਕ ਆ, ਗ੍ਰੰਥਾਂ ਦੇ ਵਿੱਚ ਬਹੁਤ ਫਰਕ ਪਾਇਆ ਪਿਆ। 10ਵੇਂ ਪਾਤਸ਼ਾਹ ਦਾ ਸਾਨੂੰ ਇੱਕ ਪੁਰਾਣਾ ਗ੍ਰੰਥ ਮਿਲਿਆ, ਨਵਾਂ ਦੀ ਉਹ ਨਵਾਂ ਮੈਂ ਫੜਾਇਆ, ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਪਾਇਆ ਪਿਆ। ਇਸ ਕਰਕੇ ਵੀ ਅਸੀਂ ਆਪਦੇ ਕੋਲੋਂ ਨਹੀਂ ਇਹੀ ਜਿਹੀ ਗੱਲ ਕਰਦੇ ਵੀ ਅੱਜ ਜੋ ਆਪਾਂ ਵਿਸਾਖੀ ਦਾ ਦਿਨ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਾਜਿਆ, 5 ਪਿਆਰਿਆਂ ਦੀ ਸਾਜਨਾ ਕਰੀ ਹੈ। ਤਲਵੰਡੀ ਸਾਹਿਬ ਤੇ ਜਿੱਥੇ ਅੱਜ ਬਹੁਤ ਭਾਰੀ ਜੋੜ ਮੇਲਾ ਹੋ ਰਿਹਾ ਹੈ, क्यों कांगड़ दीना इधरों होंदे होए महाराज फिर उधर नूं गए आ। उत्थे 10,000 का इतिहास दसदा भी 10,000 का इकट्ठ हो गया सीगा। उत्थे ही माता ने पुछया सीगा भी संगत बहुत बैठी है, साहिबजादे दिसदे नहीं क्यों। माता सुंदरी नूं सरसा तो ही ਸਿੰਘ ਲੈ ਕੇ ਦਿੱਲੀ ਨੂੰ ਆ ਗਏ ਸੀ, ਉੱਥੋਂ ਉਦੋਂ ਬਾਅਦ ਜੰਗ ਹੋਇਆ। ਕਿਉਂ ਜੀਤੋ ਮਾਤਾ ਤਾਂ ਪਹਿਲਾਂ ਹੀ ਚਲੀ ਗਈ ਸੀ, ਜੋ ਸੁਪਨੇ 'ਚ ਸਤਿਗੁਰੂ ਨੇ ਸਾਰਾ ਦਸਤਾਨ ਦਿਖਾਇਆ ਸੀ। ਉਹਨਾਂ ਨੇ ਕਿਹਾ ਸੀ ਮਹਾਰਾਜ ਸੁਪਨਾ ਹੀ, ਕਹਿੰਦੇ ਸੁਪਨਾ ਨਹੀਂ, ਇਹ ਸੱਚ ਹੈ। ਕਹਿੰਦੀ ਮੈਂ ਵੇਖ ਨਹੀਂ ਸਕਦੀ, ਮੈਨੂੰ ਪਹਿਲਾਂ ਭੇਜ ਦਿਓ। ਉਹ ਤਾਂ ਫਿਰ ਪ੍ਰਲੋਕ ਪਹਿਲਾਂ ਹੀ ਸੁਧਾਰ ਗਈ ਸੀ ਅਤੇ ਆਪਦੇ ਬੱਚੇ ਨੂੰ ਮਾਤਾ ਗੁਜਰ ਕੌਰ ਦੀ ਝੋਲੀ ਪਾ ਗਈ ਤੀ। ਫਿਰ ਉੱਥੇ ਮਹਾਰਾਜ ਨੂੰ ਪੁੱਛਿਆ, ਫਿਰ ਉੱਥੇ ਸਤਿਗੁਰੂ ਨੇ ਹੱਥ ਕਰਕੇ ਸਿੰਘਾਂ ਕਨੀ ਕਿਹਾ, 4 ਮੂਏ ਤੋਂ ਕਿਆ ਹੋਇਆ, ਜੀਵਤ ਪਈ ਕਈ ਹਜ਼ਾਰ। ਇਹਨੇ ਸੁਤਰੋਂ ਕੇ ਸੀਸ ਪਰ ਬਾਰ ਦੀਏ ਸੁਤ 4। ਉਹ ਕਹਿੰਦਾ ਇਹਨਾਂ ਦੇ ਸਿਰ 'ਤੇ ਬਾਰੇ ਨੇ, ਤੇਰੇ ਪੁੱਤ ਹੀ ਨੇ ਸਾਰੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਬੰਦੇ ਨੂੰ, ਉਦੋਂ ਉਹਦਾ ਪਿਛਲਾ ਨਾਂ ਬਦਲਿਆ ਜਾਂਦਾ, ਉਹਦੇ ਪਿੰਡ ਦਾ ਨਾਂ ਬਦਲਿਆ ਜਾਂਦਾ। ਪਰਮਾਰਥ 'ਚ ਸੰਸਾਰਕ ਤਾਂ ਹੀ ਰਹਿੰਦਾ। ਉਹਨੂੰ ਕਿਹਾ ਜਾਂਦਾ ਵੀ ਅੱਜ ਤੋਂ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਤੇਰਾ ਦਾਦਾ ਗੁਰੂ ਤੇਗ ਬਹਾਦਰ ਹੈ, ਤੇਰੀ ਮਾਤਾ ਗੁਜਰ ਕੌਰ ਹੈ, ਤੇਰਾ ਪਿੰਡ ਅਨੰਦਪੁਰ ਸਾਹਿਬ ਆ। ਉਹਦੀ ਨਾਵਾਂ ਦੀ ਬਦਲੀ ਹੋ ਜਾਂਦੀ ਹੈ, ਪਰ ਪਰਮਾਰਥ 'ਚ ਜਿਹੜੀ ਸੰਸਾਰਕ ਨਾਂ ਹੈ ਉਹ ਤਾਂ ਉਹੀ ਰਹਿ ਜਾਂਦਾ ਹੈ। ਕਿਉਂ ਉਦੋਂ ਤੋਂ ਗੁਰੂ ਸਾਹਿਬ ਕਹਿੰਦੇ ਨੇ ਵੀ ਅੱਜ ਤੋਂ ਤੂੰ ਗੁਰੂ ਵਾਲਾ ਬਣ ਗਿਆ, ਅੱਜ ਤੂੰ ਸਾਰਾ ਤੇਰਾ ਪਰਿਵਾਰ, ਤੇਰਾ ਘਰ-ਬਾਰ, ਤੇਰਾ ਸਭ ਕੁਛ ਤਨ ਮਨ ਗੁਰੂ ਦਾ ਹੈ। ਦੇਖੋ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੀ ਬੜੀ ਦਇਆ ਹੁੰਦੀ ਆ ਸਿੱਖ ਦੇ ਉੱਤੇ, ਪਰ ਉਹ ਰਹਿਣੀ 'ਤੇ ਰਹਿ ਕੇ ਜਿਹੜੇ ਰਹਿੰਦੇ ਆ ਉਹ ਬਿਲਕੁਲ ਪੂਰੇ ਹੁੰਦੇ ਆ, ਉਹਨਾਂ ਦੇ ਬਚਨ ਵੀ ਪੂਰੇ ਹੁੰਦੇ ਆ, ਉਹਨਾਂ ਦੇ ਵਿੱਚ ਤੇਜ਼ੀ ਵੀ ਹੁੰਦੀ ਆ, ਉਹਨਾਂ ਦੇ ਮੂਹਰੇ ਹਰ ਇੱਕ ਬੰਦਾ ਬੋਲ ਵੀ ਨਹੀਂ ਸਕਦਾ ਹੁੰਦਾ। ਜਿਨ੍ਹਾਂ ਨੇ ਉਹ ਚੀਜ਼ ਨੂੰ ਹਿਰਦੇ 'ਚ ਵਸਾ ਲਿਆ। ਕਿਉਂ ਬਾਣੀ ਕਹਿੰਦੀ ਆ, ਮਨ ਵੇਚਿਆ ਸਤਿਗੁਰ ਪਾਸ, ਉਹਨੂੰ ਸੇਵਕ ਕੇ ਕਾਰਜ ਰਾਹ। ਜਦੋਂ ਅਸੀਂ ਮਾਨੀ ਗੁਰੂ ਨੂੰ ਦੇਤਾ, ਉਦੋਂ ਬਾਅਦ ਫਿਰ ਮਨ ਦੇ ਆਖੇ ਲਾ ਕੇ ਅਸੀਂ ਫੇਰ ਕਿਉਂ ਗਲਤ ਗੱਲਾਂ ਕਰਦੇ ਹਾਂ। ਮਨ ਤਾਂ ਗੁਰੂ ਨੂੰ ਦੇਤਾ, ਉੱਥੇ ਮੰਨ ਲੈਂਦਾ ਗੁਰੂ ਵੀ ਮਨ ਮੈਨੂੰ ਦੇ ਦੇ ਬਸ। ਜਦੋਂ ਮੰਨ ਲੈ ਲਿਆ ਸਾਰਾ ਤਨ ਤੋਂ, ਤਾਂ ਫਿਰ ਸਰੀਰ ਸਾਰਾ ਵਿੱਚ ਹੀ ਆ ਗਿਆ ਨਾ। ਉੱਥੇ ਬੜਾ ਵੱਡਾ ਇਕੱਠ ਹੋਇਆ ਸੀ। ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਕਿਹਾ ਵੀ ਭਾਈ ਅੱਜ 5 ਸਿੰਘਾਂ ਦੀ ਲੋੜ ਆ। ਪਹਿਲਾਂ ਬਾਹਰਲੇ ਉੱਠੇ ਹੈਗੇ ਨਾ, ਹੁਣ ਮੇਰੇ ਵਿਸਰੇ ਹੈ ਉਹਨਾਂ ਦੇ ਪੰਜਾਂ ਦੇ। ਪਹਿਲਾਂ ਬਾਹਰਲੇ ਸੂਬਿਆਂ ਦੇ ਬੰਦੇ ਉੱਠੇ ਨੇ ਸੀਸ ਦੇਣ ਦੀ ਖਾਤਰ। ਜਦੋਂ ਗੁਰੂ ਸਾਹਿਬ ਤਲਵਾਰ ਲੈ ਕੇ ਦਰਬਾਰ ਦੇ ਵਿੱਚ ਖੜ੍ਹੇ ਹੋ ਕੇ ਲਲਕਰਾ ਦਿੱਤਾ, ਕਹਿੰਦੇ 5 ਸਿੰਘਾਂ ਸਿਰਾਂ ਦੀ ਲੋੜ ਹੈ ਭਾਈ।
ਉਠੋ ਕੋਈ, ਤੇ ਪੰਜ ਸਿਰ ਮਹਾਰਾਜ ਨੇ ਭੇਟਾ ਲਈ। ਉਹ ਮਾਲਕ ਨੂੰ ਪਤਾ ਹੈ ਅੰਦਰ ਤੰਬੂ ਦੇ ਵਿੱਚ ਕਈ ਲਿਖਾਰੀ ਕੁਛ ਲਿਖਦੇ ਨੇ ਕੁਛ ਲਿਖਦੇ ਨੇ, ਪਰ ਆਪਾਂ ਉਹ ਚੀਜ਼ ਨੂੰ ਇੱਥੇ ਕਹਿਣਾ ਨਹੀਂ ਚਾਹੁੰਦੇ। ਪਰ ਤਲਵਾਰ ਖੂਨ ਦੀ ਲਿਬੜੀ ਜਦੋਂ ਬਾਹਰ ਆਉਂਦੀ ਸੀ, ਜਿਹੜੇ ਕਮਜ਼ੋਰ ਦਿਲਾਂ ਦੇ ਲੋਕ ਸੀ ਉਹ ਨੀਵੀਆਂ ਪਾ ਗਏ ਤੀਗੇ। ਪੰਜ ਸਿਰ ਲੈ ਕੇ ਮਹਾਰਾਜ ਨੇ ਪੰਜਾਂ ਸਿੰਘਾਂ ਨੂੰ ਸਜਾ ਕੇ ਜਦੋਂ ਬਾਹਰ ਲਿਆਂਦਾ, ਅੰਮ੍ਰਿਤ ਛਕਾਇਆ, ਆਪਦੇ ਹੱਥੀਂ ਤਿਆਰ ਕੀਤਾ। ਉੱਥੇ ਤਾਂ ਬਾਪੂ ਉਹਨਾਂ ਨੇ ਤਾਂ ਕੋਈ ਜਾਤੀ ਵਿਤਕਰਾ ਵੀ ਨਹੀਂ ਦੇਖੋ ਰੱਖਿਆ ਹਨਾ, ਅਲੱਗ-ਅਲੱਗ ਬਿਲਕੁਲ ਸਾਰੀ ਜਾਤੀ ਦੇ ਬੰਦੇ ਆ ਉਹਦੇ ਵਿੱਚ। ਉਹਨਾਂ ਨੇ ਮਹਾਰਾਜ ਨੇ ਇਹ ਭੇਤ ਖਤਮ ਕਰਿਆ ਵੀ ਕੋਈ ਜਾਤੀ ਵਿਤਕਰਾ ਨਹੀਂ, ਉਹ ਪਰਮਾਤਮਾ ਦੀ ਰੂਹ ਇੱਕ ਹੈ। ਉਹਦੇ ਵਿੱਚ ਖੱਤਰੀ ਵੀ ਨੇ, ਰਮਦਾਸੀਏ ਸਿੰਘ ਵੀ ਨੇ, ਮਜ਼੍ਹਬੀ ਸਿੰਘ ਵੀ ਨੇ, ਉਹਦੇ ਵਿੱਚ ਹਰ ਇੱਕ ਕੌਮ ਦੇ ਬੰਦੇ ਸੀਗੇ। ਵੀ ਜਦੋਂ ਗੁਰੂ ਸਾਹਿਬ ਨੇ ਆ ਕੇ ਦਰਬਾਰ ਦੇ ਵਿੱਚ ਸਟੇਜ ਦੇ ਉੱਤੇ ਖੜ੍ਹ ਕੇ ਨੰਗੀ ਤਲਵਾਰ ਕਰਕੇ ਕਿਹਾ ਵੀ ਪੰਜ ਸਿਰਾਂ ਦੀ ਲੋੜ ਆ ਭਾਈ ਦਿਓ, ਉੱਥੇ ਪਹਿਲਾਂ ਸਿੰਘ ਦਿਆ ਸਿੰਘ ਖੜਾ ਹੋਇਆ ਹੱਥ ਬੰਨ੍ਹ ਕੇ, ਕਹਿੰਦਾ ਸੱਚੇ ਪਾਤਸ਼ਾਹ ਵੀ ਮੇਰਾ ਸੀਰ ਹਾਜ਼ਰ ਹੈ। ਸਤਿਗੁਰੂ ਨੂੰ ਬਾਂਹ ਫੜ ਕੇ ਅੰਦਰ ਲੈ ਗਿਆ ਤੇ ਨੰਗੀ ਤਲਵਾਰ ਬਾਹਰ ਫੇਰ ਖੂਨ ਦੀ ਲਿਬੜੀ ਦਿਖਾਈ ਹੈ। ਕਹਿੰਦੇ ਵੀ ਸਿੰਘੋ ਉਠੋ ਕੋਈ, ਸਿਰ ਭੇਟ ਕਰਨ ਵਾਲਾ ਤਾਂ ਨਾ ਕੀ ਧਰਮ ਸਿੰਘ। ਫੇਰ ਭਾਈ ਧਰਮ ਸਿੰਘ ਉੱਠਿਆ, ਹੱਥ ਬੰਨ੍ਹ ਕੇ ਖੜਾ ਹੋ ਗਿਆ। ਮਹਾਰਾਜ ਸ਼ੀਸ਼ ਆਪਦੇ ਚਰਨਾਂ ਦੇ ਵਿੱਚ ਭੇਟਾ ਹੈ, ਉਹਨੂੰ ਵੀ ਅੰਦਰ ਲਿਜਾ ਕੇ ਮਹਾਰਾਜ ਨੇ ਫੇਰ ਨੰਗੀ ਤਲਵਾਰ ਲਿਬੜੀ ਹੋਈ ਖੂਨ ਦੀ ਬਾਹਰ ਲੈ ਕੇ ਆਏ। ਹਿੰਮਤ ਸਿੰਘ ਜੀ। ਫੇਰ ਭਾਈ ਹਿੰਮਤ ਸਿੰਘ ਉੱਠਿਆ ਤੇ ਉਹਨਾਂ ਨੇ ਕਿਹਾ ਵੀ ਮਹਾਰਾਜ ਵੀ ਤੁਹਾਡੇ ਸੇਵਕ ਦਾ ਸਿਰ ਹਾਜ਼ਰ ਹੈ। ਉਹਨਾਂ ਨੂੰ ਵੀ ਗੁਰੂ ਸਾਹਿਬ ਤੰਬੂ ਦੇ ਵਿੱਚ ਲਗਾਏ ਤੇ ਬਾਹਰ ਫੇਰ ਖੂਨ ਦੀ ਲਿਬੜੀ ਹੋਈ ਤਲਵਾਰ ਲੈ ਕੇ ਫੇਰ ਮਹਾਰਾਜ ਨੇ ਕਿਹਾ ਵੀ ਹਾਂ ਸਿੰਘੋ ਦੋ ਸਿਰ ਰਹਿ ਗਏ, ਹੋਰ ਲੋੜ ਆ। ਫਿਰ ਭਾਈ ਮੋਹਕਮ ਸਿੰਘ। ਹਾਂ ਫੇਰ ਭਾਈ ਮੋਹਕਮ ਸਿੰਘ ਜੀ ਖੜੇ ਹੋਏ, ਉਹਨਾਂ ਨੇ ਕਿਹਾ ਮਹਾਰਾਜ ਸੀਸ ਹਾਜ਼ਰ ਹੈ। ਸਤਿਗੁਰੂ ਬਾਂਹ ਫੜ ਕੇ ਅੰਦਰ ਤੰਬੂ 'ਚ ਲੈ ਗਏ ਆ। ਖੂਨ ਦੀ ਲਿਬੜੀ ਤਲਵਾਰ ਫੇਰ ਬਾਹਰ ਆ ਕੇ ਚਮਕਾਈ। ਫਿਰ ਕਿਹਾ ਵੀ ਸਿੰਘੋ ਇੱਕ ਸਿਰ ਦੀ ਹੋਰ ਲੋੜ ਹੈ। ਸਾਹਿਬ ਸਿੰਘ। ਫਿਰ ਭਾਈ ਸਾਹਿਬ ਸਿੰਘ ਉੱਠਿਆ, ਉਹਨੇ ਹੱਥ ਬੰਨ੍ਹ ਕੇ ਕਿਹਾ ਮਹਾਰਾਜ ਸੀਸ ਤੁਹਾਡੇ ਹਾਜ਼ਰ ਹੈ। ਉਹਨੂੰ ਵੀ ਅੰਦਰ ਲਿਜਾ ਕੇ ਮਹਾਰਾਜ ਨੇ ਪੰਜੇ ਸਿੰਘਾਂ ਨੂੰ ਬੜੇ ਸੋਹਣੇ ਸਜਾ ਕੇ, ਬੜੇ ਸੋਹਣੇ ਬਸਤਰ ਪਵਾ ਕੇ ਜਦੋਂ ਬਾਹਰ ਲਿਆ ਕੇ ਖੜਾਏ ਤੇ ਅੰਮ੍ਰਿਤ ਤਿਆਰ ਕੀਤਾ। ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ। ਫਿਰ ਹਰੇਕ ਦੇ ਮਨ 'ਚ ਹੀ ਹੋਵੇ ਵੀ ਮੈਂ ਨਾ ਕਹਿਤਾ, ਵੀ ਮੈਂ ਨਾ ਕਹਿਤਾ, ਪਰ ਜਦੋਂ ਨੰਗੀ ਤਲਵਾਰ ਖੂਨ ਦੀ ਲਿਬੜੀ ਦਿਸਦੀ ਤੀ, ਪਰ ਉਦੋਂ ਕਿਸੇ ਦੀ ਹਿੰਮਤ ਨਹੀਂ ਸੀ ਪਈ ਵੀ ਮੈਂ ਗੁਰੂ ਸਾਹਿਬ ਨੂੰ ਕਹਿ ਦਿਆਂ ਵੀ ਤੁਸੀਂ ਮੇਰਾ ਸੀਸ ਲੈ ਲਓ। ਪੰਜਾਂ ਨੂੰ ਅੰਮ੍ਰਿਤ ਛਕਾ ਕੇ ਫਿਰ ਗੁਰੂ ਸਾਹਿਬ ਨੇ ਪੰਜਾਂ ਤੋਂ ਆਪ ਅੰਮ੍ਰਿਤ ਛਕਿਆ। ਉੱਥੇ ਤਾਂ ਹੀ ਕਿਹਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਫਿਰ ਅੰਮ੍ਰਿਤ ਛਕਾ ਕੇ ਗੁਰੂ ਸਾਹਿਬ ਨੇ ਉਹਨਾਂ ਦੇ ਨਾਂ ਬਦਲੀ ਕਰਕੇ ਸਿੰਘਾਂ ਨੂੰ ਗਾਹਾਂ ਅੰਮ੍ਰਿਤ ਛਕਾਉਣ ਦਾ ਵੀ ਹੁਕਮ ਦਿੱਤਾ ਵੀ ਪੰਜ ਪਿਆਰੇ ਵੀ ਜਿੱਥੇ ਵੀ ਤੁਸੀਂ ਅੰਮ੍ਰਿਤ ਛਕਣਾ, ਪੰਜ ਪਿਆਰੇ ਪੰਜ ਬਾਣੀਆਂ ਦਾ ਪਾਠ ਕਰਕੇ ਇਹ ਭਾਈ ਤੁਸੀਂ ਅੰਮ੍ਰਿਤ ਛਕਾ ਸਕਦੇ ਹੋ। ਇੱਕ ਅੰਮ੍ਰਿਤ ਦੇ ਵਿੱਚ ਐਡੀ ਵੱਡੀ ਤਾਕਤ ਬਣਾਈ ਮਾਲਕ ਨੇ ਵੀ ਚਿੜੀਆਂ ਤੋਂ ਆਵਾਜ਼ ਤੜਾਇਆ, ਇੱਕ ਗਿੱਦੜਾਂ ਤੋਂ ਸ਼ੇਰ ਮਰਵਾਉਣ ਵਾਲੀ ਗੱਲ ਹੈ। ਸਿੰਘ ਨਾਂ ਸ਼ੇਰ ਦਾ ਹੀ ਆ, ਕਿਉਂ ਜਿਹੜੇ ਸਿੰਘ ਹੁੰਦਾ ਸ਼ੇਰ ਜੰਗਲਾਂ 'ਚ ਰਹਿੰਦਾ। ਜਿਹੜੇ ਸਿੰਘ ਸੀਗੇ ਉਦੋਂ ਉਹ ਜੰਗਲਾਂ 'ਚ ਹੀ ਰਹਿੰਦੇ ਤੀ, ਇਹਨੂੰ ਤਾਂ ਸਿੰਘ ਕਿਹਾ ਗਿਆ। ਸਿੰਘ ਨਾਂ ਸ਼ੇਰ ਦਾ ਹੈ। ਉਹਨੇ ਆਪਦੀ ਮਾਰ ਕਰਨੀ ਹੈ, ਕਿਸੇ ਤੋਂ ਡਰਨਾ ਨਹੀਂ, ਆਪਦੀ ਮੌਜ ਦੇ ਨਾਲ ਰਹਿਣਾ ਹੈ। 10ਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਅੰਮ੍ਰਿਤ ਛਕਾ ਕੇ ਸਿੰਘ ਤਿਆਰ ਪਰ ਤਿਆਰ ਕਰੇ, ਫਿਰ ਫੌਜਾਂ ਤਿਆਰ ਕਰੀਆਂ, ਕਿਉਂ ਸਤਿਗੁਰੂ ਨੂੰ ਪਤਾ ਸੀਗਾ ਵੀ ਟੱਕਰ ਮੁਗਲਾਂ ਨਾਲ ਤੇ 22 ਧਾਰਾਂ ਨਾਲ ਲੱਗਣੀ ਹੈ। ਇਸ ਕਰਕੇ ਵੀ ਹੁਣ ਵੀ ਬੇਨਤੀ ਹੈ, ਜਿਹੜੇ ਗੁਰਸਿੱਖ ਨੇ ਬੇਨਤੀ ਹੈ ਅੰਮ੍ਰਿਤ ਛਕ ਕੇ ਫੇਰ ਕਰੈਤਾਂ ਕਰਦੇ ਆ ਵੀਰੋ, ਫਿਰ ਤਾਂ ਬਹੁਤ ਹੀ ਮਾੜਾ ਹੈ।
ਪਹਿਲੇ ਗੁਰੂ ਤੋਂ ਬੇਮੁਖ ਹੋ ਕੇ ਫੇਰ ਅੰਮ੍ਰਿਤ ਛਕ ਕੇ ਫੇਰ ਗਲਤ ਕਰਨਾ ਵੀ ਇਹ ਬਖਸ਼ਿਆ ਨਹੀਂ ਜਾਂਦਾ। ਇੱਥੇ ਨਾ ਸੁਣਿਓ, ਦੇਖਿਓ ਵੀ ਕੁਛ ਨਹੀਂ ਹੋਇਆ, ਨਹੀਂ ਗਾਹਾਂ ਲੇਖਾ ਲੈਣ ਵਾਲਾ ਬੈਠਾ ਹੈ ਵੀ ਗੁਰੂ ਤੋਂ ਬੇਮੁਖ। ਬਾਣੀ ਤਾਂ ਕਹਿੰਦੀ ਹੈ ਬੇਮੁਖ ਹੋਇਆ ਰਾਮ ਸੇ ਲਾਗੇ ਜਨਮ ਵਿਜੋਗ ਖਿਨਮੇ ਕੌੜੇ ਹੋ ਗਏ ਕੇਤੇ ਮਾਇਆ ਭੋਗ। ਕਹਿੰਦਾ ਜਿੰਨਾ ਸੰਸਾਰ ਦਾ ਫਿਰ ਭੋਗ ਹੈ ਉਹ ਕੌੜਾ ਹੋ ਜਾਂਦਾ ਜੇ ਗੁਰੂ ਤੋਂ ਬੇਮੁਖ ਹੋ ਜੇ। ਨਹੀਂ ਰੱਖ ਸਕਦੇ ਫਿਰ ਤੁਸੀਂ ਸਕੋ ਨਾ, ਜੇ ਛਕ ਲਿਆ ਗੁਰੂ ਦਾ ਬਾਣਾ ਪਾ ਲਿਆ ਵੀ ਫਿਰ ਬਿਲਕੁਲ ਹੀ ਨਹੀਂ ਚਾਹੀਦਾ। ਇਸੇ ਕਰਕੇ ਬਾਣੇ ਦੀ ਵਿੱਚ ਲੋਕ ਬੇਕਦਰੀ ਕਰੀ ਜਾਂਦੇ ਨੇ। ਨਹੀਂ, ਗੁਰੂ ਦਾ ਬਾਣਾ ਤਾਂ ਇੱਕ ਐਸਾ ਹੈ ਜਿੱਥੇ ਕੋਈ ਸਿੰਘ ਖੜਾ ਹੁੰਦਾ। ਉਹਨਾਂ ਟਾਈਮਾਂ ਦੇ ਵਿੱਚ ਮੁਗਲਾਂ ਦੀ ਬੜੀ ਚੜ੍ਹਾਈ ਹੁੰਦੀ ਸੀ, ਪਰ ਮੁਗਲਾਂ ਦੀ ਤਾਕਤ ਨਾ ਹੁੰਦੀ, ਇੱਕ ਸਿੱਖ ਨੂੰ 10-10 ਮੁਗਲ ਲਵੇ ਨਹੀਂ ਸੀ ਆਉਂਦੇ। ਤੇਜ਼ੀ ਇੰਨੀ ਸੀਗੀ, ਮੱਥੇ ਦੀ ਜੋਤ ਐਸੀ ਸੀ, ਭਜਨ ਕਰਨਾ ਸਿਮਰਨ ਕਰਨਾ। ਗੁਰੂ ਸਾਹਿਬ ਨੇ ਆਪਦੇ ਸਿੱਖ ਨੂੰ ਕਿਹਾ ਵੀ ਭਾਈ 2 ਟਾਈਮ ਪਾਠ ਕਰਨਾ ਹੈ, ਲੰਗੋਟੇ ਦੇ ਜਤੀ ਰਹਿਣਾ। ਬਾਣੀ 'ਚ ਮਹਾਰਾਜ ਨੇ ਕਿਹਾ ਪਰਾਈ ਸੇਜ ਭੂਲ ਮਤ ਸੁਫਨੇ ਸੇ ਨਾ ਜਾਇਓ। ਉਹਨੇ ਤਾਂ ਇੱਥੇ ਤੱਕ ਕਹਿਤਾ ਵੀ ਸੁਫਨੇ 'ਚ ਵੀ ਨਹੀਂ ਜਾਣਾ। ਅਸੀਂ ਫਿਰ ਅੰਮ੍ਰਿਤ ਛਕ ਕੇ ਜਿਹੜੇ ਇਹਨਾਂ ਕਰੈਤਾਂ ਕਰਦੇ ਹਾਂ ਵੀਰੋ ਬਖਸ਼ਿਆ ਨਹੀਂ ਜਾਣਾ ਬਿਲਕੁਲ। ਇਹ ਜਿਹੜਾ ਅੰਮ੍ਰਿਤ ਹੈ ਬਹੁਤ ਇੱਕ ਬੜੀ ਤਾਕਤ ਹੈ। ਸਿਮਰਨ ਭਜਨ ਗੁਰਸਿੱਖ ਨੂੰ ਕਿਹਾ ਹੈ ਆਪਦੀ ਕਿਰਤ ਕਰਕੇ ਖਾਣਾ। ਇੱਥੇ ਵਿੱਚ ਚੁਟਕਲੇ ਵਾਲੇ ਕਹਿ ਦਿੰਦੇ ਨੇ, ਬਾਣੀ ਚਾਹੁੰਦਾ ਨਾ ਜਪ ਸਾਹਿਬ 'ਚ ਆਪੇ ਬੀਜ ਆਪੇ ਖਾਵੋ, ਖਾਵੇ ਆਪੇ ਪੀਜ ਆਪੇ ਖਾਵੇ, ਹੁਕਮ ਹੀ ਆਵੇ ਜਾਵੇ। ਉੱਥੇ ਉਹਨਾਂ ਨੇ ਬਣਾ ਲਿਆ, ਕਹਿੰਦੇ ਹੁਕਮਣੀ ਪੰਡਤਣੀ ਤੋਂ ਕਿਸੇ ਜੱਟ ਨੇ ਬਾਹਣੇ ਸਿੱਧੇ ਲੈ ਲਿਆ ਅਤੇ ਕਿ ਉਹ ਭਾਈ ਵੱਢ ਲਿਆ ਕਰੇ। ਜਦੋਂ ਪੰਡਤਨੀ ਦਾਦੀ ਤੈਨੂੰ ਦੂਜੀ ਵਾਰ ਦੇਵਾਂਗੇ, ਫਸਲ ਥੋੜ੍ਹੀ ਰਹਿ ਗਈ। ਉਹ 5-4 ਵਿਚਾਰੀ ਆਈ, ਪਰ ਬਾਗਰੋ ਕਹਿਣ ਲੱਗੇ ਭਾਈ ਤੂੰ ਆਪ ਹੀ ਖਾ ਜਾਣਾ। ਕਹਿੰਦਾ ਸਾਡੇ ਗੁਰੂ ਨੇ ਕਿਹਾ ਵੀ ਆਪ ਹੀ ਬੀਜ ਲਓ ਆਪ ਹੀ ਖਾਓ। ਦੇਖੋ ਉਹਨੂੰ ਕਿੱਧਰਲੇ ਪਾਸੇ ਉਹਦਾ ਮਤਲਬ ਲਾਇਆ। ਉਹਨੇ ਤਾਂ ਕਿਹਾ ਆਪੇ ਬੀਜ ਆਪੇ ਖਾਓ। ਕਹਿੰਦਾ ਜਿਹੋ ਜਿਹਾ ਬੀਜੋਗੇ ਉਹ ਖਾਣਾ ਪਊ ਤੁਹਾਨੂੰ। ਜੇ ਅਸੀਂ ਖੇਤ ਦੇ ਵਿੱਚ ਮਿਰਚਾਂ ਲਾਤੀਆਂ, ਮਿਰਚਾਂ ਹੀ ਖਾਵਾਂਗੇ, ਉੱਥੇ ਫਲਦਾਰ ਬੂਟਾ ਨਹੀਂ ਹੁੰਦਾ। ਵੀ ਹੁਕਮੀ ਆਵਾ ਜਾਵੋ, ਕਹਿੰਦਾ ਉਹ ਮਾਲਕ ਦੇ ਹੁਕਮ ਨਾਲ ਆਉਣਾ ਤੇ ਜਾਣਾ। ਅਸੀਂ ਉਹਦੇ ਅਰਥ ਆਪਦੀ ਮਰਜ਼ੀ ਨੇ ਲਾ ਲੈਂਦੇ ਹਾਂ। ਵਿੱਚ ਬਹੁਤ ਨੇ ਕਹਿਣਗੇ ਨਹੀਂ ਯਾਰ ਸਾਨੂੰ ਤਾਂ 5 ਰਤਨੀ ਕਿਹਾ ਸੀ ਮਹਾਰਾਜ ਨੇ, ਕਿਸੇ ਨੂੰ 5 ਰਤਨੀ ਨਹੀਂ ਕਿਹਾ। ਬਿਲਕੁਲ ਇਹ ਸਾਡੀਆਂ ਮਨ ਘੜਤ ਗੱਲਾਂ ਨੇ। ਉਹਨੇ ਤਾਂ ਮਹਾਰਾਜ ਨੇ ਇਹਨਾਂ ਚੀਜ਼ਾਂ ਤੋਂ ਬਹੁਤ ਹੀ ਬਨੇਜ ਕੀਤਾ ਵੀ ਗੁਰਸਿੱਖ ਵਾਸਤੇ ਤਾਂ ਉਹਨੇ ਭਜਨ ਸਿਮਰਨ ਭੋਜਨ, ਉਹ ਵੀ ਜਿਹੜਾ ਭੋਜਨ ਹੈ ਬਿਲਕੁਲ ਸਾਫ ਸੁਥਰਾ ਭੋਜਨ ਵੀ ਮਹਾਰਾਜ ਨੇ ਕਿਹਾ ਵੀ ਥੋੜ੍ਹਾ ਖਾਣਾ, ਬਹੁਤਾ ਨਹੀਂ ਖਾਣਾ। ਕਿਉਂ ਜ਼ਿਆਦਾ ਖਾਓਗੇ ਨੇਸਤੀ ਆਊਗੀ, ਭਜਨ ਨਹੀਂ ਕਰ ਸਕਦੇ। ਵੀ ਉਹਨੇ ਤਾਂ ਬਹੁਤ ਸਾਨੂੰ ਹਦਾਇਤਾਂ ਦਿੱਤੀਆਂ ਸੱਚੇ ਪਾਤਸ਼ਾਹ ਨੇ ਵੀ ਉਹਦਾ ਸਿਮਰਨ ਕਰਨਾ, ਉਹਨੂੰ ਯਾਦ ਰੱਖਣਾ, ਧਿਆਨ 'ਚ ਰੱਖਣਾ, ਭੈ ਰੱਖਣਾ। ਜਿਵੇਂ ਔਰਤ ਨੂੰ ਪਤੀ ਦਾ ਭੈ ਹੁੰਦਾ, ਬਾਣੀ ਕਹਿੰਦੀ ਹੈ ਭੈ ਬਿਨ ਭਗਤ ਨਾ ਕੀਜੇ। ਜੇ ਗੁਰੂ ਦਾ ਭਾਈ ਨਹੀਂ ਮਾਲਕ ਦਾ, ਫਿਰ ਉਹ ਸਿੱਖ ਨਹੀਂ ਬਣ ਸਕਦਾ ਕਦੇ ਵਾਸਤੇ ਵੀ। ਜਿਹੜੀ ਔਰਤ ਨੂੰ ਪਤੀ ਦਾ ਭੈ ਨਹੀਂ, ਉਹ ਕਦੇ ਸਤਵੰਤੀ ਕਹਾ ਨਹੀਂ ਸਕਦੀ। ਜਿਨ੍ਹਾਂ ਨੂੰ ਭੈ ਹੈ ਉਹ ਪਤੀ ਪਰਦੇਸੀ ਬੈਠਾ, ਪਰ ਉਹ ਉਸ ਲਾਈਨ 'ਤੇ ਰਹਿੰਦੀਆਂ ਡਟੀਆਂ ਵੀ ਮੇਰਾ ਪਤੀ ਹੈ, ਮੇਰੇ ਨਾਲ ਨਾਰਾਜ਼ ਨਾ ਹੋ ਜੇ। ਜਿਹੜੀ ਸਾਡੀ ਆਤਮਾ ਦਾ ਪਤੀ ਹੈ ਉਹ ਪਰਮਾਤਮਾ ਹੈ। ਅਸੀਂ ਉਹ ਗੁਰੂ ਨੂੰ ਤਾਂ ਉਹਲੇ ਸਮਝ ਲਾਂਗੇ ਤਾਂ ਅੰਦਰ ਬੈਠੀ ਆ ਨਾ, ਇਹ ਤਾਂ ਦੇਖਦੀ ਹੈ ਵੀ ਬਿਲਕੁਲ ਨਹੀਂ। ਜੇ ਗੁਰੂ ਸਿੱਖ ਬਣ ਗਏ, ਅੰਮ੍ਰਿਤ ਛਕ ਲਿਆ, ਮੁਬਾਰਕ ਹੈ ਉਹਨਾਂ ਨੂੰ। ਬਹੁਤ ਬਹੁਤ ਧੰਨਵਾਦ ਆ ਜਿਹੜੇ ਵੀਰ ਛਕਦੇ ਆ, ਬਹੁਤ ਚੰਗੀ ਗੱਲ ਹੈ। ਪਰ ਛਕ ਕੇ ਫੇਰ ਬਿਲਕੁਲ ਕਰੈਤ ਨਹੀਂ ਕਰਨੀ ਚਾਹੀਦੀ। ਇਸ ਕਰਕੇ ਵੀ ਅੱਜ ਗੁਰੂ ਸਾਹਿਬ ਨੇ ਇਹ ਖਾਲਸਾ ਪੰਥ ਦੀ ਸਾਜਨਾ ਕਰੀ ਹੈ, ਅਤੇ ਇਸ ਕਰਕੇ ਵੀ ਅੱਜ ਇਹ ਵੀਡੀਓ ਜ਼ਰੂਰੀ ਪਾਉਣੀ ਸੀ ਬਾਬਾ ਜੀ ਦੇ। ਹਾਂਜੀ, ਵੀ ਅੱਜ ਦੇ ਦਿਨ ਹੀ ਆਪਣੇ ਇੰਡੀਆ ਦੇ ਕਿਸਾਨਾਂ ਅਤੇ ਇੰਡੀਆ ਦੇ ਲੋਕਾਂ ਦੇ ਉੱਤੇ, ਕਿਰਤੀਆਂ ਦੇ ਉੱਤੇ ਅੱਜ ਦੇ ਦਿਨ ਹੀ ਜਿਹੜਾ ਇਹ ਅੰਗਰੇਜ਼ ਸਰਕਾਰ ਜ਼ਾਲਮ ਤੀ, ਇਹਨਾਂ ਨੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਬਹੁਤ ਵੱਡਾ ਹਾਦਸਾ ਕਰਿਆ ਤੀ। ਗੋਲੀ ਚਲਾਈ ਗਈ ਤੀ, ਬਹੁਤ ਉੱਥੇ ਬੱਚੇ ਬੀਬੀਆਂ ਬਜ਼ੁਰਗ ਸ਼ਹੀਦ ਹੋਏ ਨੇ। ਬਹੁਤ ਜ਼ਿਆਦਾ ਨੁਕਸਾਨ ਕੀਤਾ ਤੀ। ਅੱਜ ਦੇ ਦਿਨ ਦੇਸ਼ ਆਜ਼ਾਦ ਹੋਇਆ, ਪਰ ਵੀਰੋ ਜਿਹੜੀ ਆਜ਼ਾਦੀ ਭਗਤ ਸਿੰਘ ਹੋਰਾਂ ਨੇ, ਊਧਮ ਸਿੰਘ ਸਰਾਭੇ ਵਰਗਿਆਂ ਨੇ ਮੰਗੀ ਦੀ, ਪਰ ਉਹ ਆਜ਼ਾਦੀ ਸਾਡੇ ਦੇਸ਼ ਨੂੰ ਹਜੇ ਮਿਲੀ ਨਹੀਂ। ਅਸੀਂ ਫੇਰ ਵੀ ਗੁਲਾਮ ਹਾਂ। ਆਹ ਦੇਖ ਲਓ ਸਾਡੇ ਦੇਸ਼ ਨਾਲ ਹੁਣ ਕੀ ਹੋ ਰਿਹਾ। ਇੰਨੀਆਂ ਧੁੱਪਾਂ ਕੜਕਦੀਆਂ 'ਚ ਪਹਿਲਾਂ ਠੰਡਾਂ ਦੇ ਵਿੱਚ ਸਾਡੇ ਬਜ਼ੁਰਗ, ਸਾਡੀਆਂ ਮਾਵਾਂ, ਸਾਡੇ ਵੀਰ
ਬਾਰਡਰਾਂ ਤੇ ਬੈਠੇ ਆ, ਹਜੇ ਸ਼ਰਮ ਨਹੀਂ ਆਉਂਦੀ। ਸਾਡੇ ਜਿਹੜੇ ਬੰਦੇ ਆ ਉੱਥੇ, ਉਹ ਸਿੱਖ ਸਰਦਾਰ ਬਣ ਕੇ, ਪੱਗਾਂ ਬੰਨ੍ਹ ਕੇ, ਫਿਰ ਉਹ ਅੱਜ ਸਾਡੇ ਸਿੱਖਾਂ ਦੇ ਖਿਲਾਫ ਬਿਆਨ ਦੇਈ ਜਾਂਦੇ ਆ। ਤੇ ਉਹ ਨਹੀਂ ਸੋਚਦੇ, ਨਹੀਂ ਪੱਗ ਦੀ ਲਾਜ ਨਹੀਂ ਸਮਝਦੇ ਵੀ ਪੱਗ ਬੰਨ੍ਹੀ ਆ ਸਾਡੇ। ਗੁਰਸਿੱਖ ਦਾ ਤਾਂ ਹੱਕ ਹੀ ਨਹੀਂ ਪੱਗ ਵਾਲੇ ਦੇ ਪੱਗ ਖਿਲਾਫ ਬੋਲਣਾ। ਪਰ ਉਹ ਲੋਕਾਂ ਨੂੰ ਉਹਦੀ ਨਸ਼ਾ ਹੈ ਰਾਜਨੀਤੀ ਦਾ, ਨਾਲੇ ਕੁਛ ਮਿਲ ਨਹੀਂ ਰਿਹਾ, ਇੱਕ ਇਕੱਲੀ ਸਾਵਾਸੇ ਹੈ ਵੀ ਪੱਗ ਤਾਂ ਇੱਕ ਐਡੀ ਵੱਡੀ ਇਤਿਹਾਸ 'ਚ ਆਉਂਦਾ। ਮਹਾਰਾਜ 10ਵੇਂ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਆ ਗਏ, ਬੱਚਿਆਂ ਦੇ ਨਾਲ ਸਤਲੁਜ ਦੇ ਵਿੱਚ ਇਸ਼ਨਾਨ ਕਰਨ ਚਲੇ ਗਏ। ਉੱਥੇ ਕਹਿੰਦੇ ਪਾਰਟੀਆਂ ਦੋ ਬਣਾ ਲਈਆਂ ਉਹਨਾਂ ਨੇ, ਇੱਕ ਦੂਜੇ 'ਤੇ ਪਾਣੀ ਪਾਉਣਾ, ਤੇ ਇੱਕ ਪਾਸੇ ਆਪ ਮੋਹਰੀ ਬਣ ਗਏ, ਇੱਕ ਪਾਸੇ 'ਤੇ ਇੱਕ ਸਿੱਖ ਨੂੰ ਹੋਰ ਮੋਹਰੀ ਬਣਾਤਾ। ਉਧਰੋਂ ਦੀ ਜਦੋਂ ਅੱਖਾਂ 'ਚ ਪਾਣੀ ਪਾਉਣ ਲੱਗ ਗਏ, ਤੇ ਉਹਦਾ ਨਾਂ ਵਿਸਰਿਆ ਵਾ ਸਿੱਖ ਦਾ, ਮੈਂ ਹੁਣ ਜਵਾਨ ਸੀਗਾ, ਉਹਦੀਆਂ ਜਦੋਂ ਅੱਖਾਂ 'ਚ ਬਾਹਲਾ ਪਾਣੀ ਪੈ ਗਿਆ, ਉਹ ਨਿਕਲ ਕੇ ਭੱਜ ਕੇ ਆ ਕੇ ਬਾਹਰ ਕੱਪੜੇ ਪਾ ਕੇ ਕਹਾ ਤੋਂ ਉਹਨੇ ਗੁਰੂ ਸਾਹਿਬ ਦੀ ਪੱਗ ਬੰਨ੍ਹ ਲਈ ਕਿਤੇ 10ਵੇਂ ਪਾਤਸ਼ਾਹ ਵਾਲੀ। ਉਹ ਭੱਜ ਲਿਆ, ਤੇ ਜਦੋਂ ਇੱਕ ਨੇ ਦੇਖਿਆ, ਉਹਨੇ ਆਵਾਜ਼ ਮਾਰੀ, ਕਹਿੰਦਾ ਤੂੰ ਮੁੜਿਆ, ਤੇਰੇ ਪੱਗ ਤਾਂ ਕਹਿੰਦਾ ਗੁਰੂ ਸਾਹਿਬ ਦੀ ਬੰਨ੍ਹ ਲਈ, ਤੇ ਤਾਂ ਭੁਲੇਖੇ ਨਾਲ ਉਹ ਮੁੜਿਆ ਆ। ਇਹਨੇ ਮਹਾਰਾਜ ਵੀ ਬਾਹਰ ਆ ਕੇ ਕੱਪੜੇ ਪਾਉਣ ਲੱਗ ਗਏ। ਸੱਚੇ ਪਾਤਸ਼ਾਹ ਕਹਿੰਦੇ ਹੁਣ ਤੂੰ ਲਾਹੀ ਨਾ ਇਹ ਪੱਗ ਨੂੰ। ਇਹ ਗੁਰੂ ਕੇ ਘਰਾਂ, ਗੁਰੂ ਕੇ ਪਰਿਵਾਰ ਦਾ ਬੰਦਾ ਹੀ ਸੀਗਾ ਉਹ, ਹੁਣ ਸੈਂਤ ਭੁੱਲੇ ਵੇ ਆ, ਖਾਂਡੀ ਰਾਮ ਰਾਏ ਇਹਨਾਂ ਦੇ ਵਿੱਚੋਂ ਸੀ ਕੋਈ, ਹਰ ਰਾਏ ਜਦੋਂ ਕਹਿੰਦੇ ਲਾ ਨਾ, ਹੁਣ ਇਹ ਪੱਗ ਤੇਰੀ ਹੋਊਗੀ, ਤੈਂ ਲਾਉਣੀ ਨਹੀਂ, ਤੈਂ ਬੰਨ੍ਹ ਲਈ ਹੁਣ ਸਿਰ 'ਤੇ, ਇਹਦਾ ਪੱਗ ਦਾ ਮਹਾਤਮ ਤੈਨੂੰ ਬਹੁਤ ਵੱਡਾ ਮਿਲੂਗਾ। ਵੀ ਇਸ ਕਰਕੇ ਗੁਰੂ ਸਾਹਿਬ ਨੇ ਪੱਗ ਤਾਂ ਦੀ ਐਡੀ ਵੱਡੀ ਲਾਜ ਰੱਖੀ ਆ। ਅਸੀਂ ਉਹ ਪੱਗ ਵਾਲਾ ਦੀ ਲਾਜ ਹੀ ਨਹੀਂ ਰੱਖਦੇ। ਅਸੀਂ ਤਾਂ ਇੱਕ ਰਾਜਨੀਤੀ ਦੇ ਵਿੱਚ ਆਪਦਿਆਂ ਦੀ ਵਾਰ ਕਰੀ ਜਾਂਦੇ ਹਾਂ ਵੀ ਇਹ ਠੀਕ ਨਹੀਂ। ਜਿਹੜੀ ਗੁਰਸਿੱਖੀ ਹੈ ਬਹੁਤ, ਇੱਕ ਮਹਾਰਾਜ ਨੇ ਬੜੀ ਉੱਚੀ ਸੁੱਚੀ ਬਣਾਈ ਆ। ਠੀਕ ਹੈ, ਬੜੇ ਸਿੱਖ ਹੈਗੇ ਗੁਰੂ ਸਿੱਖ ਜਿਹੜੇ ਸਤਿਗੁਰੂ ਦੀ ਮਰਜ਼ਾਦਾ 'ਤੇ ਚੱਲਣ ਵਾਲੇ ਨੇ, ਲਾਈਨ 'ਤੇ ਚੱਲਣ ਵਾਲੇ ਨੇ, ਜਿਹੜੇ ਪੂਰੀ ਆਪਦੀ ਸਿੱਖੀ ਕੇਸਾਂ ਸਵਾਸਾਂ ਸੰਗ ਤਾਂ ਹੀ ਕਿਹਾ ਨਿਭਾਈ ਹੈ, ਜਿਨ੍ਹਾਂ ਨੇ ਨਿਭਾ ਵੀ ਰਹੇ ਨੇ, ਐਸੀ ਗੱਲ ਨਹੀਂ। ਪਰ ਵਿੱਚ ਬਹੁਤ ਇਹ ਇੱਕ ਵੱਡਾ ਭੇਖ ਬਣ ਗਿਆ। ਇਹਦੇ ਵਿੱਚ ਮੇਰੇ ਵਰਗੇ ਲਟੇਰੇ ਵੀ ਬਹੁਤ ਵੜ ਗਏ, ਬਾਣਾ ਪਾ ਕੇ ਗੁਰੂ ਨੂੰ ਬਦਨਾਮ ਕਰਨਾ। ਪਰ ਉਹ ਲੋਕਾਂ ਨੂੰ ਬਖਸ਼ਿਆ ਨਹੀਂ ਜਾਣਾ, ਮਾਲਕ ਨਹੀਂ ਬਖਸ਼ੂਗਾ ਕਦੇ ਵਾਸਤੇ। ਬਾਣਾ ਪਾ ਕੇ ਗਲਤ ਰਹਿਤਾਂ ਕਰਨੀਆਂ, ਗਲਤ ਕਰਨਾ ਕੰਮ ਗੁਰਸਿੱਖ ਦਾ ਕੰਮ ਨਹੀਂ। ਗੁਰਸਿੱਖ ਦਾ ਹੱਕ ਹੈ ਗਰੀਬ ਦੀ ਮਦਦ ਕਰਨੀ, ਜ਼ੁਲਮ ਦੇ ਖਿਲਾਫ ਬੋਲਣਾ, ਜ਼ੁਲਮ ਦੇ ਖਿਲਾਫ ਅੜ ਕੇ ਖੜਨਾ। ਜ਼ੁਲਮ ਸਹਿਣਾ ਵੀ ਪਾਪ ਹੈ, ਜ਼ੁਲਮ ਕਰਨਾ ਵੀ ਪਾਪ ਹੈ। ਗੁਰੂ ਸਾਹਿਬ ਕਹਿੰਦੇ ਜੇ ਫਿਰ ਨਹੀਂ ਰੁਕਦਾ, ਫਿਰ ਉੱਥੇ ਤਲਵਾਰ ਦੇ ਮੁੱਠੇ 'ਤੇ ਹੱਥ ਜ਼ਰੂਰ ਹੈ ਸਿੱਖ ਦਾ ਜਾਣਾ। ਵੀ ਇਸ ਕਰਕੇ ਜੋ ਰਹਿਤਾਂ ਗੁਰੂ ਨੇ ਦਿੱਤੀਆਂ, ਬਹੁਤ ਧੰਨਵਾਦ ਹੈ ਸੱਚੇ ਪਾਤਸ਼ਾਹ ਕੋਟਨ, ਧੰਨਵਾਦ ਹੈ ਮਾਲਕ ਦਾ ਜਿਹਨੇ ਉਹਨਾਂ ਟਾਈਮਾਂ ਦੇ ਵਿੱਚ ਹਿੰਦ ਦੀ ਰਾਖੀ ਰੱਖੀ ਹੈ। ਪਰ ਅੱਜ ਜਿਨ੍ਹਾਂ ਦੀ ਰਾਖੀ ਰੱਖੀ ਤੀ, ਅੱਜ ਉਹੀ ਲੋਕ ਦੁਸ਼ਮਣ ਬਣੇ ਬੈਠੇ ਆ। ਜਿਨ੍ਹਾਂ ਦੀ ਖਾਤਰ ਗੁਰੂ ਤੇਗ ਬਹਾਦਰ ਨੇ ਜਾ ਕੇ ਦਿੱਲੀ ਦੇ ਵਿੱਚ ਸੀਸ ਦਿੱਤਾ, ਅੱਜ ਉਹੀ ਲੋਕ ਸਿੱਖ ਦੇ ਨਾਲ ਨਫ਼ਰਤ ਬਹੁਤ ਕਰ ਰਹੇ ਨੇ। ਇਹਨਾਂ ਦੇ ਨਾਲ ਉਹਨਾਂ ਨੇ ਉਹ ਪਰਉਪਕਾਰ ਨੂੰ ਭੁੱਲ ਗਿਆ, ਗੁਰੂ ਦੇ ਕੀਤੇ ਹੋਏ ਨੂੰ, ਵੀ ਸਾਡੇ ਉੱਤੇ ਕਿੱਡਾ ਜ਼ੁਲਮ ਹੋ ਰਿਹਾ ਸੀ। ਸਵਾ ਮਣ ਜਨੇਊ ਲਾ ਕੇ ਰੋਟੀ ਖਾਂਦਾ ਹੁੰਦਾ ਔਰੰਗਜ਼ੇਬ, ਜ਼ਬਰਦਸਤੀ ਇਹਨਾਂ ਦਾ ਧਰਮ ਬਦਲੀ ਹੁੰਦਾ ਸੀਗਾ। ਸੱਚੇ ਪਾਤਸ਼ਾਹ ਧੰਨ ਗੁਰੂ 7 ਸਾਲ ਦੀ ਉਮਰ ਦੇ ਵਿੱਚ ਹੀ ਪਿਤਾ ਨੂੰ ਭੇਜ ਦਿੱਤਾ ਸੀਗਾ। ਪਰ ਉਹ ਲੋਕ ਗੁਣ ਭੁੱਲ ਗਏ ਨੇ, ਬੜੇ ਉਹ ਖੋਟੇ ਬੰਦੇ ਆ ਜਿਹੜੇ ਗੁਰੂ ਦੀ ਕੀਤੀ ਹੋਈ ਥੋੜ੍ਹੇ ਚਿਰਾਂ 'ਚ ਹੀ ਭੁੱਲ ਗਿਆ। ਕੋਈ ਬਹੁਤਾ ਯੁੱਗ ਤਾਂ ਲੰਘੇ ਨਹੀਂ ਗੇ, ਪਰ ਗੁਰੂ ਦੀ ਕੁਰਬਾਨੀ ਨੂੰ ਭੁੱਲ ਕੇ ਅੱਜ ਉਹ ਹੀ ਸਿੱਖਾਂ ਦੇ ਬੈਰੀ ਬਣੇ ਬੈਠੇ ਆ। ਉਹਨਾਂ ਨੂੰ ਝਾਤ ਮਾਰਨੀ ਚਾਹੀਦੀ ਆ ਆਪਦੇ ਪਿੱਛੇ। ਉਦੋਂ ਉਹਨਾਂ ਨੇ ਕਿਸੇ ਮੰਦਰ ਨੇ ਉਹਨਾਂ ਦੀ ਮਦਦ ਨਹੀਂ ਕੀਤੀ। ਬਥੇਰਿਆਂ ਮੰਦਰਾਂ ਮਸੀਤਾਂ 'ਚ ਜਾ ਕੇ ਲਿਟੇ ਸੀਗੇ, ਸੋਮਨਾਥ ਦੇ ਮੰਦਰ 'ਚ ਪੈ ਗਏ ਸੀ ਜਾ ਕੇ ਜੰਮੂ ਕਸ਼ਮੀਰ ਵਾਲੇ ਪੰਡਤ। ਹੁਣ ਮੰਦਰ ਕੀ ਕਿਸੇ ਦੀ ਮਦਦ ਕਰ ਸਕਦਾ ਹੈ? ਬੰਦਾ ਬੰਦੇ ਦੀ ਮਦਦ ਕਰੂਗਾ। ਉੱਥੋਂ ਉਹਨਾਂ ਨੂੰ ਕਾਸਬਾਣੀ ਹੋਈ ਤੀ, ਜਾਓ, ਕਹਿੰਦਾ ਮੈਂ ਤੁਹਾਡਾ ਕੁਛ ਨਹੀਂ ਕਰ ਸਕਦਾ, ਅਨੰਦਪੁਰ ਜਾਓ, ਉੱਥੇ ਗੁਰੂ ਹਾਜ਼ਰ ਨੇ। ਤਾਂ ਉਹ ਕਸ਼ਮੀਰੀ ਇੱਥੇ ਆਏ ਸੀਗੇ। ਅੱਜ ਉਹੀ ਲੋਕ ਇਹ ਸਿੱਖ ਕੌਮ ਦੇ ਉੱਤੇ ਜ਼ੁਲਮ ਕਰੀ ਜਾਂਦੇ ਆ, ਪਰਉਪਕਾਰ ਭੁੱਲ ਗਏ ਨੇ। ਉਦੋਂ ਨਹੀਂ ਉਹਨਾਂ ਦੇ ਤਿਲਕ ਨੇ ਕੁਛ ਕਰਿਆ,
ਜਿਹੜੇ ਅੱਜ ਮੱਥਿਆਂ ਤੇ ਵੱਡੇ ਵੱਡੇ ਤਿਲਕ ਲਾ ਕੇ ਕਹਿੰਦੇ ਨੇ ਅਸੀਂ ਉਹ ਹਾਂ, ਉਦੋਂ ਤਿਲਕ ਨੇ ਕੁਛ ਨਹੀਂ ਕਰਿਆ। ਤਿਲਕ ਲਾਹੇ ਗਏ, ਜੰਜੂ ਲਾਹੇ ਗਏ, ਜ਼ਬਰਦਸਤੀ ਹੋ ਰਹੀ ਸੀ। ਕੋਈ ਇਹ ਟੱਲ ਨਹੀਂ ਸੀ ਕਿਸੇ ਮੰਦਿਰ 'ਚ ਵੱਜ ਸਕਦਾ ਸੀਗਾ, ਕਿਸੇ ਸੰਖ ਨਹੀਂ ਸੀ ਵੱਜ ਸਕਦਾ। ਐਡੀ ਪੈਬੰਦੀ ਔਰੰਗਜ਼ੇਬ ਦੀ ਕਰੀ ਤੀ। ਹਿੰਦੂ ਬੰਦਾ ਘੋੜੇ 'ਤੇ ਨਹੀਂ ਚੜ੍ਹ ਸਕਦਾ ਸੀਗਾ, ਬੜੀਆਂ ਪੈਬੰਦੀਆਂ ਸੀ। ਅੱਜ ਤਾਂ ਰਾਜ ਦੇ ਵਿੱਚ ਕੋਈ ਇਹੀ ਜਿਹੀ ਪੈਬੰਦੀ ਵੀ ਨਹੀਂ। ਕੋਈ ਜਾਤੀ ਦਾ ਬੰਦਾ ਕੋਈ ਘੋੜੇ ਦੀ ਸਵਾਰੀ ਕਰ ਲਓ, ਕੁਛ ਕਰ ਲਓ। ਪਰ ਇਹ ਵੀਰ ਉਹ ਗੁਰੂ ਸਾਹਿਬ ਦਾ ਪਰਉਪਕਾਰ ਕੀਤਾ ਹੋਇਆ ਗੁਰੂ 9ਵੇਂ ਪਾਤਸ਼ਾਹ ਤੇਗ ਬਹਾਦਰ ਦਾ ਭੁੱਲੇ ਬੈਠੇ ਨੇ। ਉਹਨਾਂ ਨੂੰ ਬੇਨਤੀ ਹੈ, ਹੱਥ ਬੰਨ੍ਹ ਕੇ ਵੀਰੋ ਯਾਦ ਕਰੋ ਉਹਦਾ ਪਰਉਪਕਾਰ ਕੀਤਾ ਹੋਇਆ। ਤੁਸੀਂ ਉਹਦੇ ਪਰਉਪਕਾਰ ਨੂੰ ਇਸ ਤਰ੍ਹਾਂ ਤੇ ਨਾ ਕਰੋ, ਉਹਦਾ ਸਤਿਕਾਰ ਕਰੋ, ਉਹਦਾ ਆਦਰ ਕਰੋ ਵੀ ਹਾਂ ਸਾਡੇ ਉੱਤੇ ਇੱਕ ਲਟਕਦੀ ਤਲਵਾਰ ਗੁਰੂ ਨੇ ਪਰੇ ਕੀਤੀ ਹੈ। ਤੁਸੀਂ ਹੁਣ ਉਦੋਂ ਦੇ ਆਜ਼ਾਦੀ ਨਾਲ ਫਿਰ ਰਹੇ ਹੋ। ਨਹੀਂ, ਬਿਲਕੁਲ ਆਜ਼ਾਦੀ ਨਹੀਂ ਸੀ। ਕੋਈ ਤਿਲਕ ਨਹੀਂ ਸੀ ਲਾ ਸਕਦਾ, ਕੋਈ ਜਨੇਊ ਨਹੀਂ ਸੀ ਪਹਿਨ ਸਕਦਾ। ਔਰੰਗਜ਼ੇਬ ਦਾ ਐਡਾ ਕਰੜਾ ਹੁਕਮ ਦਿੱਤਾ ਸੀ। ਹਿੰਦੂ ਧੀਆਂ ਦੀ ਬੇਪਤੀ ਹੋਈ ਰਹੀ ਦੀ, ਜਦ ਮਰਜ਼ੀ ਚੱਕ ਕੇ ਲੈ ਜਾਂਦੇ ਸੀ ਮੁਸਲਮਾਨ। ਵੀ ਅੱਜ ਤੁਹਾਨੂੰ ਕੋਈ ਇਹੋ ਜਿਹਾ ਖਤਰਾ ਨਹੀਂ ਹੈ। ਉਹ ਗੁਰੂ ਦੀਆਂ ਦੇਤਾਂ ਨੇ, ਗੁਰੂ ਦੀਆਂ ਦਾਨ ਦਿੱਤਾ ਹੋਇਆ ਤੁਹਾਨੂੰ ਮਦਦ ਕੀਤੀ ਹੋਈ ਆ, ਜੈਂਸ ਕਰਦੇ ਹੋ। ਪਰ ਉਹ ਗੁਰੂ ਦੇ ਪਰਉਪਕਾਰ ਭੁੱਲਣਾ ਤੁਹਾਡੇ ਵਾਸਤੇ ਬਹੁਤ ਮਾੜੀ ਗੱਲ ਹੈ। ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਬੁੱਧੀ ਦੇਵੇ, ਗਿਆਨ ਬਖਸ਼ੇ। ਜੋ ਆ ਚੱਲ ਰਿਹਾ ਬੁੱਧੀ ਦੇ ਕੇ ਮਾਲਕ ਇਹ ਫੈਸਲਾ ਕਰੇ। ਕਿਸਾਨ ਬੱਚੇ ਬੀਬੀਆਂ ਬਾਰਡਰਾਂ 'ਤੇ ਬੈਠੇ ਆ ਵਿਚਾਰੇ, ਬੜਾ ਉੱਥੇ ਬੰਦਿਆਂ ਦਾ ਨੁਕਸਾਨ ਹੋ ਗਿਆ। ਵੀ ਇਹ ਮੋਦੀ ਸਾਹਿਬ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਗਿਆਨ ਬੁੱਧੀ ਬਖਸ਼ੇ। ਪੜ੍ਹਿਆ ਲਿਖਿਆ ਬੰਦਾ ਹੈ, ਕੋਈ ਅਨਪੜ੍ਹ ਬੰਦਾ ਨਹੀਂ, ਨਾਲ ਦੇ ਪੜ੍ਹੇ ਲਿਖੇ ਨੇ। ਮਹਾਰਾਜ ਸਾਰਿਆਂ ਨੂੰ ਸਮਰੱਥਾ ਬਖਸ਼ੇ, ਆਪ ਵੀ ਮਿਲ ਜੁਲ ਕੇ ਰਹਿਣ। ਸਾਡੀ ਤਾਂ ਇਹੀ ਪ੍ਰਾਰਥਨਾ ਮਹਾਰਾਜ ਮੂਹਰੇ ਵੀ ਅਸੀਂ ਕਿਸੇ ਜਾਤੀ ਕਿਸੇ ਪਾਰਟੀ ਬੇਸ ਦੀ ਗੱਲ ਨਹੀਂ ਕਰਦੇ। ਇਸ ਦਾ ਕਹਿਣਾ ਵੀ ਇਹ ਹਿੰਦੁਸਤਾਨ ਭਾਰਤ ਸੁਖੀ ਵਸੇ। ਇਹਦੀਆਂ ਦੁੱਖ ਲੋਕਾਂ ਨੇ ਬਾਹਰਲੇ ਸੂਬਿਆਂ ਤੱਕ ਵੀ ਪਹੁੰਚ ਗਿਆ ਵੀ ਭਾਰਤ ਦੇ ਵਿੱਚ ਵੀ ਸੁੱਖ ਹੋਊਗਾ ਤਾਂ ਬਾਹਰਲੇ ਸੂਬਿਆਂ 'ਚ ਵੀ ਸੁੱਖ ਹੋਊਗਾ। ਅਤੇ ਸਾਰਿਆਂ ਮੂਹਰੇ ਬੇਨਤੀ ਹੈ, ਹੱਥ ਬੰਨ੍ਹ ਕੇ ਜੋ ਸੈਂਟਰ ਦੀ ਸਰਕਾਰ ਹੈ ਉਹਨਾਂ ਨੂੰ ਬੇਨਤੀ ਹੈ ਵੀ ਪਿਛਲੇ ਪਰਉਪਕਾਰਾਂ ਨੂੰ ਯਾਦ ਕਰੋ, ਮਿਲ ਕੇ ਰਹੋ। ਅਤੇ ਕਿਸਾਨਾਂ ਦਾ ਇੱਕ ਰੀੜ੍ਹ ਦੀ ਹੱਡੀ ਹੈ। ਕਿਸਾਨ ਸਾਰੇ ਦੇਸ਼ ਨੂੰ ਅੰਨ ਖਵਾਉਂਦਾ। ਜਦੋਂ ਇਹ ਮਰ ਗਿਆ ਤਾਂ ਬਾਹਰਲਾ ਸੋਡਾ ਆ ਕੇ ਕੁਛ ਨਹੀਂ ਕਰ ਸਕਦਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।